रेडियो ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਆਓ ਫਿਰ ਚਿਹਰੇ 'ਤੇ ਲਿਆਈਏ ਇੱਕ ਸੋਹਣੀ ਜੀ ਪਿਆਰੀ ਜੀ ਮੁਸਕਰਾਹਟ, ਕਰੀਏ ਸ਼ੁਕਰਾਨਾ ਉਸ ਪਰਮਾਤਮਾ ਦਾ ਅੱਜ ਦਾ ਇੱਕ ਨਵਾਂ ਦਿਨ ਸਾਨੂੰ ਮਿਲਿਆ। ਅਤੇ ਇਸ ਦਿਨ ਦੇ ਵਿੱਚ ਸੋਹਣੇ ਸੋਹਣੇ ਕੰਮਕਾਰ ਆਪਾਂ ਕਰਾਂਗੇ, ਸੋਹਣੇ ਸੋਹਣੇ ਵਿਚਾਰ ਲੈ ਕੇ ਆਪਾਂ ਅੱਗੇ ਵਧਾਂਗੇ। ਇਹ ਆਪਣੇ ਆਪ ਦੇ ਨਾਲ ਆਪਾਂ ਵਾਅਦਾ ਕਰਦੇ ਹਾਂ। ਅੱਜ ਦੀ ਕਹਾਣੀ ਇੱਕ ਐਸੀ ਔਰਤ ਦੀ ਜਿਹਦੇ ਬੱਚੇ ਨੂੰ ਕੁਛ ਚੋਰਾਂ ਡਾਕੂਆਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਬਹੁਤ ਮਾਰਕੁੱਟ ਕੀਤੀ ਗਈ। ਇਕੱਲੀ ਰਹਿਣ ਦੇ ਕਰਕੇ ਕੁਛ ਖਾਸ ਕਰ ਨਾ ਸਕੀ, ਬੱਚੇ ਨੂੰ ਸੱਟਾਂ ਤੋਂ ਨਾ ਬਚਾ ਸਕੀ। ਸਿਰ ਦਾ ਸਾਈਂ ਵੀ ਸਿਰ 'ਤੇ ਨਹੀਂ ਸੀ। ਇਸ ਵਜ੍ਹਾ ਕਰਕੇ ਉਹ ਹਮੇਸ਼ਾ ਆਪਣੇ ਆਪ ਨੂੰ ਅਧੂਰਾ ਸਮਝਦੀ ਸੀ। ਆਪਣੇ ਆਪ ਦੇ ਉੱਤੇ ਜੋ ਕੁਛ ਵੀ ਹੋਇਆ ਉਹਨੇ ਝੱਲਿਆ, ਪਰ ਜਦੋਂ ਬੱਚੇ ਦੇ ਉੱਤੇ ਗੱਲ ਆਈ ਤਾਂ ਉਹਨੇ ਮਨ ਦੇ ਵਿੱਚ ਠਾਣਿਆ ਕਿ ਉਹ ਆਪਣੇ ਆਪ ਨੂੰ ਇਸ ਯੋਗ ਬਣਾਵੇਗੀ ਕੱਲ੍ਹ ਨੂੰ ਆਪਣੇ ਬੱਚੇ ਨੂੰ ਪ੍ਰੋਟੈਕਟ ਕਰ ਸਕੇ। ਪੁਰਾਣੇ ਸਮਿਆਂ ਦੀ ਗੱਲ ਹੈ। ਆਸ-ਪਾਸ ਖੋਜ ਕਰਨ ਦੇ ਉੱਤੇ ਪਤਾ ਲੱਗਾ ਕਿ ਇੱਕ ਵਿਅਕਤੀ ਜਿਹੜਾ ਲੜਾਕੂ ਤਿਆਰ ਕਰਦਾ, ਤਲਵਾਰਬਾਜੀ, ਨੇਜਾਬਾਜੀ, ਤੀਰ ਚਲਾਉਣੇ, ਕੁਸ਼ਤੀ ਕਰਨੀ, ਇਹ ਸਾਰਾ ਕੁਛ ਬੜੇ ਸੋਹਣੇ ਤਰੀਕੇ ਦੇ ਨਾਲ ਤਿਆਰ ਕਰਦਾ। ਅਤੇ ਇਸ ਰਾਜ ਦੇ ਵਿੱਚ ਕਾਫੀ ਵੱਡੇ ਵੱਡੇ ਲੜਾਕੂ ਇਸ ਵਿਅਕਤੀ ਨੇ ਤਿਆਰ ਕੀਤੇ ਨੇ। ਔਰਤ ਆਪਣੇ ਬੱਚੇ ਨੂੰ ਲੈ ਕੇ ਉਸ ਵਿਅਕਤੀ ਦੇ ਕੋਲ ਪਹੁੰਚਦੀ ਹੈ, ਅਰਜ਼ ਕਰਦੀ ਹੈ ਕਿ ਮੈਂ ਵੀ ਲੜਾਈ ਸਿੱਖਣੀ ਹੈ। ਉਸ ਵਿਅਕਤੀ ਨੇ, ਉਸ ਗੁਰੂ ਨੇ ਕੋਈ ਖਾਸਾ ਇੰਟਰਸਟ ਨਹੀਂ ਜਤਾਇਆ। ਸ਼ਾਇਦ ਸੋਚਦਾ ਹੋਵੇ ਕਿ ਇਹ ਕੰਮ ਜਨਾਨੀਆਂ ਵਾਲਾ ਨਹੀਂ ਹੈ। ਔਰਤ ਨੇ ਪੁੱਛਿਆ, ਮੈਂ ਇਸ ਵਜ੍ਹਾ ਤੇ ਕਰਕੇ ਤੁਹਾਡੇ ਕੋਲ ਆਈ ਹਾਂ। ਮੈਂ ਜਾਣਨਾ ਚਾਹੁੰਦੀ ਹਾਂ ਕਿੰਨਾ ਕੁ ਸਮਾਂ ਲੱਗੇਗਾ ਮੈਨੂੰ ਕਿ ਮੈਂ ਐਟਲੀਸਟ ਆਪਣੇ ਬੱਚੇ ਦੀ ਹਿਫਾਜ਼ਤ ਕਰ ਸਕਾਂ। ਤੇ ਉਸ ਵਿਅਕਤੀ ਨੇ ਔਰਤ ਵੱਲ ਵੇਖਦੇ ਹੋਏ ਕਿਹਾ, ਲੱਗ ਜਾਣਗੇ 10 ਕੁ ਸਾਲ। ਔਰਤ ਨੇ ਕਿਹਾ, ਜੇ ਮੈਂ ਦਿਨ ਰਾਤ ਇੱਕ ਕਰ ਦਿਆਂ, ਜਿੰਨਾ ਸਮਾਂ ਤੁਸੀਂ ਕਹਿੰਦੇ ਹੋ, ਜੇ ਮੈਂ ਉਹਦੇ ਤੋਂ ਦੂਣਾ ਤੀਣਾ ਲਾ ਕੇ ਸਿੱਖਣਾ ਸ਼ੁਰੂ ਕਰ ਦਿਆਂ। ਤੇ ਉਸ ਵਿਅਕਤੀ ਨੇ ਫਿਰ ਔਰਤ ਵੱਲ ਵੇਖਿਆ ਤੇ ਕਿਹਾ, 20 ਸਾਲ ਜਾਂ 25 ਸਾਲ। ਔਰਤ ਹੈਰਾਨ ਸੀ ਕਿ ਇਹ ਸਮਾਂ ਵੱਧਦਾ ਕਿਉਂ ਜਾ ਰਿਹਾ। ਹੌਲੀ ਹੌਲੀ ਉਹ ਸਮਝ ਚੁੱਕੀ ਸੀ ਕਿ ਇਹ ਮੈਨੂੰ ਸਿਖਾਉਣਾ ਨਹੀਂ ਚਾਹੁੰਦੇ। ਆਖਿਰਕਾਰ ਔਰਤ ਦਾ ਸਿਰੜ ਵੇਖਦਿਆਂ ਹੋਇਆਂ ਉਸ ਵਿਅਕਤੀ ਨੇ ਕਿਹਾ, ਜਦੋਂ ਮੇਰੀ ਮਰਜ਼ੀ ਹੋਏਗੀ ਉਦੋਂ ਮੈਂ ਤੈਨੂੰ ਸ਼ੁਰੂ ਕਰਵਾਵਾਂਗਾ। ਜੇ ਤੂੰ ਚਾਹਵੇਂ ਤੇ ਆਸ਼ਰਮ ਦੇ ਵਿੱਚ ਰਹਿ ਸਕਦੀ। ਔਰਤ ਨੇ ਹੁਕਮ ਸਿਰ ਮੱਥੇ ਕੀਤਾ ਤੇ ਕਹਿੰਦੇ ਨੇ ਉਸ ਦਿਨ ਤੋਂ ਉਸੇ ਆਸ਼ਰਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। 1 ਸਾਲ ਬੀਤਿਆ। ਗੁਰੂ ਨੇ ਤਲਵਾਰ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ। ਸਾਰੇ ਲੋਕ ਆਉਂਦੇ, ਅਭਿਆਸ ਕਰਦੇ, ਸਿੱਖਦੇ ਚਲੇ ਜਾਂਦੇ। ਔਰਤ ਦਾ ਕੰਮ ਸੀ ਚੁੱਲ੍ਹਾ ਚੌਂਕਾ ਕਰਨਾ। ਜਿੰਨੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਦੀ ਰੋਟੀ ਬਣਾਉਣੀ, ਝਾੜੂ ਪੋਚਾ ਕਰਨਾ, ਹੋਰ ਛੋਟੇ ਮੋਟੇ ਕੰਮ ਘਰ ਦੇ ਕਰਨੇ, ਲੀੜਾ ਦਿੱਤਾ ਧੋਣਾ। ਇਸੇ ਤਰ੍ਹਾਂ ਦੇ ਨਾਲ 1 ਸਾਲ ਤੇ ਸਾਲ ਤੋਂ ਵਧੇਰੇ ਬੀਤ ਗਿਆ। ਗੁਰੂ ਦਾ ਹਾਲੇ ਤੱਕ ਉਸਦੇ ਪਾਸੇ ਕੋਈ ਧਿਆਨ ਨਹੀਂ ਸੀ। ਇੱਕ ਦਿਨ ਸਾਰੇ ਜਾਣੇ ਜੰਗਲ ਦੇ ਵਿੱਚ ਸ਼ਿਕਾਰ ਦੇ ਲਈ ਗਏ ਸੀ। ਔਰਤ ਇਕੱਲੀ ਘਰ ਦੇ ਵਿੱਚ ਖਾਣਾ ਬਣਾ ਰਹੀ ਸੀ ਕਿ ਅਚਾਨਕ ਕਿਸੇ ਨੇ ਪਿੱਛੋਂ ਆ ਕੇ ਹਮਲਾ ਕੀਤਾ ਤੇ ਬਣਿਆ ਬਣਾਇਆ ਖਾਣਾ ਲੈ ਕੇ ਗਾਂਹ ਗਿਆ। ਜਦੋਂ ਸਾਰੇ ਜਾਣੇ ਵਾਪਸ ਪਰਤੇ, ਖਾਣ ਦੇ ਲਈ ਕੁਛ ਨਹੀਂ ਸੀ। ਔਰਤ ਨੂੰ ਬਹੁਤ ਸ਼ਰਮਿੰਦਗੀ ਹੋਈ। ਉਹਨੂੰ ਲੱਗਾ ਕਿ ਮੈਂ ਕੁਛ ਕਰਕੇ ਕਿਉਂ ਨਹੀਂ ਪਾਈ। ਅੱਜ ਸਾਰੇ ਭੁੱਖੇ ਰਹਿਣਗੇ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਗੁਜ਼ਾਰਾ ਹੋਇਆ। ਪਰ ਇੱਦਾਂ ਦੀਆਂ ਘਟਨਾਵਾਂ ਹੁਣ ਹੌਲੀ ਹੌਲੀ ਵਧਣ ਲੱਗੀਆਂ। ਕਈ ਵਾਰੀ ਕੋਈ ਆਉਂਦਾ, ਬਣਿਆ ਬਣਾਇਆ ਖਾਣਾ ਰੋੜ ਕੇ ਚਲਿਆ ਜਾਂਦਾ। ਔਰਤ ਇਸ ਚੀਜ਼ ਦੇ ਉੱਤੇ ਬਹੁਤ ਗੁੱਸੇ ਸੀ। ਸ਼ਾਇਦ ਗੁਰੂ ਤੱਕ ਵੀ ਇਹ ਗੱਲ ਪਹੁੰਚਾਈ।
ਆਖਰਕਾਰ ਆਪਣੇ ਆਪ ਦੇ ਵਿੱਚ ਹੀ ਇੱਕ ਫੈਸਲਾ ਕੀਤਾ। ਤੇ ਅਗਲੀ ਵਾਰੀ ਜਦੋਂ ਕੋਈ ਹਮਲਾ ਕਰਨ ਦੇ ਲਈ ਆਇਆ, ਜਦੋਂ ਉਹਦਾ ਖਾਣਾ ਚੁਰਾਉਣ ਦੇ ਲਈ ਆਇਆ, ਤੇ ਇਸ ਔਰਤ ਨੇ ਬੜੀ ਬਹਾਦਰੀ ਦੇ ਨਾਲ ਉਹਦਾ ਸਾਹਮਣਾ ਕੀਤਾ। ਜਦੋਂ ਉਹਨੇ ਆ ਕੇ ਬਣੇ ਬਣਾਏ ਖਾਣੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਇਹ ਔਰਤ ਤੇਜ਼ੀ ਦੇ ਨਾਲ, ਫੁਰਤੀ ਦੇ ਨਾਲ, ਬਾਜ ਦੇ ਵਾਂਗੂ ਉਸ ਵਿਅਕਤੀ ਦੇ ਉੱਤੇ ਝਪਟੀ ਤੇ ਉਹਨੂੰ ਉੱਥੋਂ ਭਜਾ ਦਿੱਤਾ। ਇਸੇ ਤਰ੍ਹਾਂ ਦੇ ਨਾਲ ਸਿਲਸਿਲਾ ਚੱਲਦਾ ਰਿਹਾ, ਪਰ ਹੁਣ ਉਹ ਬਹੁਤ ਜ਼ਿਆਦਾ ਸਤਰਕ ਰਹਿੰਦੀ ਸੀ। ਹੁਣ ਉਹਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਕਿ ਇੱਥੇ ਕਿਸੇ ਨੇ ਆਉਣਾ, ਇੱਦਾਂ ਆਹ ਕਰ ਸਕਦਾ, ਆਹ ਕਰ ਸਕਦਾ। ਇੱਕ ਦੀ ਥਾਂ ਦੇ ਉੱਤੇ 2 ਜਣੇ ਵੀ, 3 ਜਣੇ ਵੀ ਆਉਣੇ। ਤੇ ਔਰਤ ਨੇ ਬੜੀ ਦਲੇਰੀ ਦੇ ਨਾਲ ਖਾਣਾ ਬਣਾਉਂਦੇ ਬਣਾਉਂਦੇ ਵੀ ਉਹਨਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ। ਕੜਛੀਆਂ ਦੇ ਨਾਲ, ਵੇਲਣਿਆਂ ਦੇ ਨਾਲ, ਜੋ ਕੁਛ ਵੀ ਉਹਦੇ ਹੱਥ ਆਉਂਦਾ ਉਹ ਤਿਆਰ ਰਹਿੰਦੀ। ਜਿਵੇਂ ਹਰ ਵੇਲੇ ਉਹਦਾ ਖਾਣਾ ਬਣਾਉਂਦੇ ਧਿਆਨ ਇਸੇ ਚੀਜ਼ ਦੇ ਉੱਤੇ ਰਹਿੰਦਾ, ਕੋਈ ਹੁਣ ਆਇਆ ਕਿ ਹੁਣ ਆਇਆ। ਕਹਿੰਦੇ ਨੇ ਆਖਰਕਾਰ ਗੁਰੂ ਨੇ ਮਜਬੂਰ ਹੋ ਕੇ ਇੱਕ ਦਿਨ ਔਰਤ ਨੂੰ ਪਿੰਡ ਦੇ ਵਿੱਚ ਬੁਲਾ ਹੀ ਲਿਆ ਤੇ ਬੁਲਾਉਂਦਿਆਂ ਕਿਹਾ, ਮੈਂ ਮਾਫੀ ਚਾਹੁੰਦਾ, ਉਹ ਜਿਹੜਾ ਵਿਅਕਤੀ ਤੇਰਾ ਖਾਣਾ ਰੋੜ ਕੇ ਜਾਂਦਾ ਸੀ ਜਾਂ ਲੈ ਕੇ ਜਾਂਦਾ ਸੀ, ਉਹ ਮੇਰੇ ਵੱਲੋਂ ਹੀ ਕੋਈ ਨਾ ਕੋਈ ਭੇਜਿਆ ਹੁੰਦਾ ਸੀ। ਤੇ ਤੈਨੂੰ ਸ਼ਾਇਦ ਜਾਣ ਕੇ ਹੈਰਾਨੀ ਹੋਏਗੀ ਕਿ ਤੂੰ ਬਹੁਤ ਕੁਝ ਸਿੱਖ ਚੁੱਕੀ ਹੈ। ਕੱਲ ਜਿਹੜਾ ਵਿਅਕਤੀ ਆਇਆ ਸੀ ਉਹ ਇਸ ਅਖਾੜੇ ਦੇ ਵਿੱਚੋਂ ਕੁਝ ਸਿਰ ਮੌਰ ਲੜਾਕੂਆਂ ਦੇ ਵਿੱਚੋਂ ਇੱਕ ਹੈ, ਤੇ ਉਹਦੇ ਸਰੀਰ ਦੇ ਉੱਤੇ ਨੀਲ ਮੈਂ ਅੱਜ ਵੇਖੇ ਨੇ। ਔਰਤ ਬੜੀ ਖੁਸ਼ ਹੋਈ ਤੇ ਕਹਿੰਦੇ ਨੇ ਕਿ ਕੁਛ ਹੀ ਸਾਲਾਂ ਦੇ ਵਿੱਚ ਉਸ ਔਰਤ ਨੇ ਸਾਰੇ ਕੁਛ ਦੇ ਵਿੱਚ ਇੱਕ ਨਿਪੁੰਨਤਾ ਆਪਣੇ ਆਪ ਦੇ ਵਿੱਚ ਲੈ ਆਂਦੀ ਸੀ। ਯਾਨੀ ਕਿ ਉਹ ਸਾਰਾ ਕੁਛ ਸਿੱਖ ਲਿਆ ਸੀ ਜੋ ਉਹ ਸਿੱਖਣ ਦੇ ਲਈ ਆਈ, ਜਾਂ ਉਸ ਤੋਂ ਵੀ ਵਧੇਰੇ। ਔਰਤ ਨੇ ਦੱਸਿਆ ਕਿ ਜਦੋਂ ਮੈਂ ਖਾਣਾ ਬਣਾਉਂਦੀ ਸੀ, ਬੜੇ ਪਿਆਰ ਦੇ ਨਾਲ ਖਾਣਾ ਰੁੜ ਜਾਂਦਾ ਸੀ ਤੇ ਮੈਂ ਉਸ ਖਾਣੇ ਦੀ ਹਿਫਾਜ਼ਤ ਕਰਨਾ ਚਾਹੁੰਦੀ ਸੀ। ਇਸ ਕਰਕੇ ਖਾਣਾ ਬਣਾਉਂਦੇ ਸਮੇਂ, ਬੋਕਰ ਲਾਉਂਦੇ ਸਮੇਂ, ਭਾਂਡੇ ਮਾਂਜਦੇ ਸਮੇਂ, ਕੱਪੜੇ ਧੋਂਦੇ ਸਮੇਂ ਮੈਂ ਹਮੇਸ਼ਾ ਨੋਟ ਕਰਦੀ ਰਹਿੰਦੀ, ਵੇਖਦੀ ਰਹਿੰਦੀ ਕਿ ਅਖਾੜੇ ਦੇ ਵਿੱਚ ਕੀ ਚੱਲ ਰਿਹਾ, ਤੁਸੀਂ ਕੀ ਕਰਵਾ ਰਹੇ ਹੋ, ਕਿਹੜੀਆਂ ਚੀਜ਼ਾਂ ਤੇ ਧਿਆਨ ਦੇ ਰਹੇ ਹੋ। ਤੇ ਉਹੀ ਚੀਜ਼ਾਂ ਮੈਂ ਨੋਟ ਕਰਕੇ ਆਪਣੇ ਮਨ ਹੀ ਮਨ ਉਹਨਾਂ ਦਾ ਅਭਿਆਸ ਕਰਦੀ ਰਹਿੰਦੀ। ਸ਼ਾਇਦ ਉਹ ਚੀਜ਼ਾਂ ਮੇਰੇ ਕੰਮ ਆਈਆਂ ਜਦੋਂ ਤੁਹਾਡੇ ਭੇਜੇ ਹੋਏ ਬੰਦਿਆਂ ਨੂੰ ਖਾਣਾ ਚੁਰਾਉਣ ਤੋਂ ਮੈਂ ਰੋਕਦੀ ਸੀ। ਤੇ ਇਸੇ ਤਰ੍ਹਾਂ ਦੇ ਨਾਲ ਬਾਕੀਆਂ ਦੇ ਨਾਲੋਂ ਪਹਿਲਾਂ ਇਸ ਔਰਤ ਨੇ ਸਭ ਕੁਝ ਸਿੱਖ ਲਿਆ। ਕਹਾਣੀ ਸਾਹਿਬ ਸਾਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਆਪਾਂ ਬਹੁਤ ਸਾਰੇ ਬੜੇ ਕੰਮ ਕਰਦੇ ਹਾਂ ਬਾਕੀ ਕੰਮਾਂ ਨੂੰ ਖਿਲਾਰ ਕੇ। ਬੜਿਆਂ ਨੂੰ ਲੱਗਦਾ ਕਿ ਆਪਾਂ ਪੜ੍ਹਾਈ ਕਰਨੀ ਹੈ ਤੇ ਜਿਹੜਾ ਕੰਮ ਕਰ ਰਹੇ ਹਾਂ ਇਹ ਫਿਲਹਾਲ ਆਪਾਂ ਰੋਕ ਦਿੰਦੇ ਹਾਂ, ਜੌਬ ਤੋਂ ਛੁੱਟੀਆਂ ਲੈ ਲੈਂਦੇ ਹਾਂ। ਕਈਆਂ ਨੇ ਬੱਚਿਆਂ ਦਾ ਪਲਾਨ ਕਰਨਾ ਹੁੰਦਾ ਤੇ ਹੋਰ ਬੜੇ ਕਈ ਕੰਮਕਾਰ ਰੋਕ ਦਿੰਦੇ ਆ, ਤੇ ਕਈਆਂ ਨੇ ਕੰਮ ਦੇ ਕਰਕੇ ਬੱਚੇ ਰੋਕ ਰੱਖੇ ਹੁੰਦੇ ਆ। ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਡਿਸੀਜ਼ਨ। ਕਹਾਣੀ ਸਾਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਾਰੇ ਕੰਮ ਤੁਹਾਡੇ ਪੈਰਲਰ ਹੋਣੇ ਚਾਹੀਦੇ। ਰੱਬ ਨੇ ਇਨਸਾਨ ਨੂੰ ਇਸ ਤਰੀਕੇ ਦਾ ਬਣਾਇਆ ਕਿ ਉਹ ਸਾਰੇ ਕੰਮ ਨਾਲ ਦੀ ਨਾਲ ਕਰ ਸਕੇ। ਇੱਕ ਔਰਤ ਜਿਹਨੇ ਚੁੱਲ੍ਹਾ ਚੌਂਕਾ ਕਰਦਿਆਂ ਨਾਲ ਲੜਾਈ ਵੀ ਸਿੱਖ ਲਈ, ਜੇ ਉਹ ਸਾਰਾ ਕੁਛ ਛੱਡ ਛਡਾ ਕੇ ਸਿਰਫ ਲੜਾਈ ਤੇ ਹੋ ਜਾਂਦੀ ਤੇ ਸ਼ਾਇਦ ਉਹ ਇੰਨੀ ਛੇਤੀ ਕਦੀ ਵੀ ਨਾ ਸਿੱਖ ਪਾਉਂਦੀ। ਸਿਰਫ ਤੇ ਸਿਰਫ ਇੱਕੋ ਚੀਜ਼ ਦੇ ਉੱਤੇ ਕੇਂਦਰਿਤ ਹੋ ਕੇ ਜਿਹੜੇ ਲੋਕ ਰਹਿ ਜਾਂਦੇ ਨੇ ਉਹਨਾਂ ਨੂੰ ਸਿੱਖਣ ਦੇ ਵਿੱਚ ਬਹੁਤ ਦੇਰ ਲੱਗਦੀ ਹੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਕਿ ਮੈਂ ਤੇ ਸਿਰਫ ਇਹੋ ਹੀ ਕਰ ਰਿਹਾ ਵਾਂ, ਇਹੋ ਹੀ ਕਰ ਰਹੀ ਹਾਂ, ਤੇ ਇਹ ਮੇਰਾ ਕਿਤੇ ਕਮੀ ਪੇਸ਼ੀ ਵਾਲਾ ਨਾ ਹੋ ਜੇ ਕੰਮ, ਇਹ ਮੇਰਾ ਹੋਣਾ ਹੀ ਚਾਹੀਦਾ। ਇਹ ਚੀਜ਼ ਤੁਹਾਨੂੰ ਕਹਿੰਦੇ ਨੇ ਦਿਮਾਗੀ ਤੌਰ ਦੇ ਉੱਤੇ ਹੋਰ ਕਮਜ਼ੋਰ ਕਰ ਦਿੰਦੀ ਹੈ। ਤੇ ਜਦੋਂ ਤੁਸੀਂ ਸਾਰੇ ਕੁਛ ਦੇ ਚੱਲਦਿਆਂ ਨਾਲ ਇੱਕ ਐਕਸਟਰਾ ਕੰਮ ਹੋਰ ਵਿੱਚ ਐਡ ਕਰਦੇ ਹੋ ਤੇ ਉਹਨੂੰ ਸੋਹਣੇ ਤਰੀਕੇ ਦੇ ਨਾਲ ਮੈਨੇਜ ਕਰਦੇ ਹੋ, ਉਹਦੇ ਵਿੱਚ ਤੁਸੀਂ ਛੇਤੀ ਸਿੱਖਦੇ ਹੋ।
ਤੇ ਆਸ ਕਰਦੇ ਹਾਂ ਅੱਜ ਦੀ ਕਹਾਣੀ ਵਿਚਲਾ ਮਨੋਰਥ ਚੰਗਾ ਲੱਗਾ ਹੋਏਗਾ। ਕਹਾਣੀ ਤੁਹਾਨੂੰ ਲੱਗੀ ਹੋਏਗੀ ਚੰਗੀ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।